हे एवरीवन, ਅੱਜ ਆਪਾਂ ਪੜਾਂਗੇ ਕਲਾਸ 12th ਫਲੈਮਿੰਗੋ ਬੁੱਕ ਦੀ ਸੈਕੰਡ ਪੋਇਮ ਐਨ ਐਲੀਮੈਂਟਰੀ ਸਕੂਲ ਕਲਾਸਰੂਮ ਇਨ ਅਸਲਮ। ਇਸ ਪੋਇਮ ਦੇ ਰਾਈਟਰ ਹੈਗੇ ਨੇ ਸਟੀਫਨ ਸਪੈਂਡਰ। ਇਸ ਪੋਇਮ ਦੇ ਵਿੱਚ ਆਪਾਂ ਨੂੰ ਕੀ ਇੱਕ ਕੰਟਰਾਸਟ ਦਿਖਾਇਆ ਗਿਆ ਵੀ ਜਿਹੜੇ ਸਲਮ ਏਰੀਏ ਦੇ ਲੋਕ ਨੇ, ਸਲਮ ਏਰੀਆ ਮਤਲਬ ਜਿਹੜੇ ਬੈਕਵਰਡ ਏਰੀਏ ਦੇ ਲੋਕ ਨੇ, ਉਹਨਾਂ ਦੇ ਜਿਹੜੇ ਲੋਕ ਮਤਲਬ ਥੋੜੀ ਡਿਵੈਲਪ ਹੋ ਚੁੱਕੇ ਨੇ, ਉਹਨਾਂ ਦੀ ਕੰਪੇਅਰ ਵਿੱਚ ਉਹਨਾਂ ਦੀ ਕਿਸ ਤਰ੍ਹਾਂ ਉਹ ਉਹਨਾਂ ਤੋਂ ਪਿੱਛੇ ਨੇ, ਕਿਸ ਤਰ੍ਹਾਂ ਸੋਸ਼ਲ ਇਨਜਸਟਿਸ ਹੈ, ਕਿਸ ਤਰ੍ਹਾਂ ਕਲਾਸ ਇਨਕੁਐਲਿਟੀਜ਼ ਹੈ। ਸੋ ਇਸ ਪੋਇਮ ਦੇ ਵਿੱਚ ਪੂਰੀ ਸਿਚੁਏਸ਼ਨ ਦਿਖਾਈ ਗਈ ਹੈ ਸਲਮ ਏਰੀਏ ਦੇ ਪੀਪਲਸ ਦੀ, ਸਲਮ ਏਰੀਏ ਦੇ ਚਿਲਡਰਨਸ ਦੀ। ਸੋ ਲਾਈਨ ਬਾय ਲਾਈਨ ਆਪਾਂ ਇਸ ਪੋਇਮ ਨੂੰ ਪੜਾਂਗੇ। ਸਟਾਰਟ ਕਰਦੇ ਹਾਂ ਫਸਟ ਸਟੈਂਜੇ ਤੋਂ। कहते हैं इस पैराग्राफ ਦੇ ਵਿੱਚ ਜਿਹੜਾ ਪੋਇਟ ਹੈ ਉਹ ਕੀ ਦਿਖਾਉਣਾ ਜਾ ਰਿਹਾ ਵੀ ਕਲਾਸਰੂਮ ਹੈਗਾ ਸਲਮ ਏਰੀਏ ਦੇ ਵਿੱਚ, ਇੱਕ ਸਕੂਲ ਹੈ ਸਲਮ ਏਰੀਏ ਦੇ ਵਿੱਚ। ਸਲਮ ਏਰੀਏ ਦਾ ਜਿਹੜਾ ਸਕੂਲ ਹੈ ਉਸ ਤੇ ਇੱਕ ਕਲਾਸਰੂਮ ਦਾ ਹਾਲ ਦਿਖਾਇਆ ਗਿਆ ਜਿਸ ਦੇ ਵਿੱਚ ਚਿਲਡਰਨਸ ਬੈਠੇ ਨੇ ਤੇ ਪੜ੍ਹ ਰਹੇ ਨੇ। ਉਸ ਦਾ ਪੂਰਾ ਆਪਾਂ ਡਿਸਕ੍ਰਾਈਬ ਕੀਤਾ ਗਿਆ ਹੈ। ਫਾਰ ਫਾਰ ਫਰੋਮ ਗਸਟੀ ਵੇਵਸ ਥੀਸ ਚਿਲਡਰਨ ਫੇਸਿਸ। ਇਸ ਦਾ ਮਤਲਬ ਇਹ ਹੈਗਾ ਵੀ ਜਿਹੜੇ ਚਿਲਡਰਨਸ ਦਾ ਮਤਲਬ ਕੀ ਹੁੰਦਾ ਹੈ? ਚਿਲਡਰਨਸ ਦਾ ਮਤਲਬ ਹੁੰਦਾ ਵੀ ਜਿਹੜੇ ਗਸਟੀ ਵੇਵਸ ਦੀ ਤਰ੍ਹਾਂ ਹੁੰਦੇ ਨੇ, ਮਤਲਬ ਹਰ ਟਾਈਮ ਕੀ ਹੈ ਉਹ ਐਕਟਿਵ ਰਹਿੰਦੇ ਨੇ ਪੂਰੀ ਤਰ੍ਹਾਂ, ਮਤਲਬ ਉਹਨਾਂ ਦੇ ਵਿੱਚ એનર્ਜੀ ਹੁੰਦੀ ਹੈ ਵੀ ਉਹ ਸਭ ਕੁਝ ਮਤਲਬ ਕਰ ਲੈਂਦੇ ਨੇ। ਬਟ ਇੱਥੇ ਵਰਡ ਯੂਜ਼ ਕੀਤਾ ਫਾਰ ਫਾਰ ਫਰੋਮ ਗਸਟੀ ਵੇਵਸ। ਇਸ ਦਾ ਮਤਲਬ ਹੈ ਵੀ ਚਿਲਡਰਨਸ ਦਾ ਜਿਹੜਾ ਮਤਲਬ ਹੋਣਾ ਚਾਹੀਦਾ ਹੈ, ਚਿਲਡਰਨਸ ਦਾ ਮਤਲਬ ਹੋਣਾ ਚਾਹੀਦਾ ਵੀ ਉਹਨਾਂ ਦੇ ਵਿੱਚ એનર્ਜੀ ਹੋਣੀ ਚਾਹੀਦੀ ਹੈ, ਉਹ ਸਾਰੇ ਕੰਮ ਕਰਨ ਦੀ ਉਹਨਾਂ ਦੇ ਵਿੱਚ ਜਲਦੀ ਤੋਂ ਜਲਦੀ ਤਾਕਤ ਹੋਣੀ ਚਾਹੀਦੀ ਹੈ, ਐਕਸਾਈਟਮੈਂਟ ਹੋਣੀ ਚਾਹੀਦੀ ਹੈ ਚਿਲਡਰਨਸ ਦੇ ਫੇਸਿਸ ਦੇ ਉੱਤੇ ਵੀ ਤੇ ਚਿਲਡਰਨਸ ਦੇ ਅੰਦਰ ਵੀ। ਬਟ ਇਹ ਸਭ ਜਿਹੜੇ ਕੁਆਲਿਟੀਜ਼ ਨੇ ਇੱਕ ਚਿਲਡਰਨਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਜਿਹੜੇ ਸਲਮ ਏਰੀਏ ਦੇ ਚਿਲਡਰਨ ਨੇ ਉਹਨਾਂ ਦੇ ਵਿੱਚ ਇਹ ਕੁਆਲਿਟੀਜ਼ ਨਹੀਂ ਹੈਗੀਆਂ। ਅੱਗੇ ਹੈਗਾ ਲਾਈਕ ਰੂਟਲੈਸ ਵੀਡਸ ਦ ਹੇਅਰ ਟੋਨ ਅਰਾਊਂਡ ਦੇਅਰ ਪੇਲਰ। ਮਤਲਬ ਇਸ ਸੈਕਿੰਡ ਲਾਈਨ ਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਚਿਲਡਰਨਸ ਨੇ ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਹੈ, ਉਹਨਾਂ ਦੇ ਜਿਹੜੇ ਹੇਅਰ ਨੇ ਉਹ ਲਾਈਕ ਐਵੇਂ ਲੱਗ ਰਹੇ ਨੇ ਜਿਵੇਂ ਕਿ ਵੀਡਸ ਹੁੰਦੇ ਨੇ। ਵੀਡਸ ਮਤਲਬ ਜੋ ਪਲਾਂਟ ਹੁੰਦੇ ਨੇ, ਅਨਡਿਜ਼ਾਇਰੇਬਲ ਪਲਾਂਟਸ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਇਸ ਤਰ੍ਹਾਂ ਉਹ ਪਲਾਂਟਸ ਹੁੰਦੇ ਨੇ। ਉਸ ਤਰ੍ਹਾਂ ਇਹਨਾਂ ਚਿਲਡਰਨਸ ਨੇ ਜਿਹੜੇ ਇਹਨਾਂ ਦੇ ਫੇਸ ਦੇ ਉੱਪਰ ਜਿਹੜੇ ਨੇ ਹੇਅਰ ਇਸ ਤਰ੍ਹਾਂ ਲਟਕ ਰਹੇ ਨੇ। ਦੱਸਿਆ ਗਿਆ ਵੀ ਜਿਹੜੇ ਚਿਲਡਰਨਸ ਨੇ ਉਹਨਾਂ ਦਾ ਫੇਸ ਕੀ ਇਸ ਤਰ੍ਹਾਂ ਦਾ ਪੀਲਾ ਹੋ ਚੁੱਕਿਆ। ਥਰਡ ਲਾਈਨ ਹੈ ਦ ਟਾਲ ਗਰਲ ਵਿਦ ਹਰ ਵੇਟਡ ਡਾਊਨ ਹੈਡ। ਮਤਲਬ ਇਸ ਲਾਈਨ ਦਾ ਮਤਲਬ ਹੈ ਵੀ ਇੱਕ ਲੰਬੀ ਗਰਲ ਹੈ, ਉਸਦਾ ਜਿਹੜਾ ਹੈਡ ਹੈ ਉਹ ਨੀਚੇ ਨੂੰ ਝੁਕਿਆ ਹੋਇਆ। ਨੀਚੇ ਨੂੰ ਕਿਉਂ ਝੁਕਿਆ ਹੋਇਆ? ਕਿਉਂਕਿ ਉਸਨੂੰ ਜਿਹੜਾ ਆਪਣਾ ਹੈਡ ਹੈ ਉਹ ਸਹੀ ਕਰਕੇ ਬੈਠਣ ਦੇ ਵਿੱਚ ਵੀ ਉਸਨੂੰ ਉਸਦੇ ਵਿੱਚ ਭਾਰ ਲੱਗ ਰਿਹਾ। ਭਾਰ ਕਿਉਂ ਲੱਗ ਰਿਹਾ? ਕਿਉਂਕਿ ਜਿਹੜੀ ਗਰਲ ਹੈ ਉਹ ਹੈਗੀ ਤਾਂ ਲੰਬੀ ਹੈ ਬਟ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ। ਅੱਗੇ ਦੱਸਿਆ ਹੋਇਆ ਤਾਂ ਪੇਪਰ ਸੀਮਿੰਗ ਬॉय ਵਿਦ ਰੈਟ ਆਈਜ਼। ਇਸ ਦੇ ਵਿੱਚ ਦੱਸਿਆ ਗਿਆ ਵੀ ਇੱਕ ਦੀਵਾਰ ਹੈ, ਦੀਵਾਰ ਦੇ ਨਾਲ ਇੱਕ ਬॉय ਬੈਠਾ ਹੈ, ਜੋ ਰਾਈਟਰ ਹੈ ਉਸ ਦੀ ਇੱਕ ਬॉय ਦੇ ਉੱਤੇ ਨਜ਼ਰ ਜਾਂਦੀ ਹੈ। ਬॉय ਕੀ ਹੈ? ਪੇਪਰ ਵਰਗਾ ਲੱਗ ਰਿਹਾ, ਜਿਵੇਂ ਕਿ ਪੇਜ ਜਿੰਨਾ ਪਤਲਾ ਹੁੰਦਾ ਨਾ ਉਸ ਨੂੰ ਉਹ ਕੰਪੇਅਰ ਕਰ ਰਿਹਾ ਹੈ ਉਸ ਬॉय ਦੀ ਬੋਡੀ ਦੇ ਨਾਲ, ਵੀ ਜਿਹੜਾ ਉਹ ਬॉय ਸੀਗਾ ਵੀ ਉਹ ਵੀ ਇੰਨਾ ਪਤਲਾ ਲੱਗ ਰਿਹਾ ਸੀ ਵੀ ਜਿਵੇਂ ਕਿ ਪੇਪਰ ਹੁੰਦਾ ਵੀ। ਉਸ ਦੀਆਂ ਜਿਹੜੀਆਂ ਆਈਜ਼ ਸੀਗੀਆਂ ਉਹ ਇੱਕ ਰੈਟ ਦੀ ਤਰ੍ਹਾਂ ਲੱਗ ਰਹੀਆਂ ਨੇ। ਅੱਗੇ ਹੈ ਦ ਸਟਨਡ ਅਨਲਕੀ ਹੇਅਰ ਆਫ ਟਵਿਸਟਡ ਬੋਨਸ ਰਿਸਾਈਟਿੰਗ ਅ ਫਾਦਰ ਗ੍ਰੈਨਾਲਡ ਡਿਸੀਜ਼। ਦੱਸਿਆ ਗਿਆ ਵੀ ਉਸ ਕਲਾਸ ਦੇ ਵਿੱਚ, ਸਲਮ ਕਲਾਸ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬॉय ਵੀ ਹੈਗਾ ਜੋ ਕਿ ਹਜੇ ਪੂਰੀ ਤਰ੍ਹਾਂ ਮਤਲਬ ਕਿ ਵਿਕਸਿਤ ਨਹੀਂ ਹੋ ਸਕਿਆ, ਵੱਧ ਫੁੱਲ ਨਹੀਂ ਸਕਿਆ। ਫਾਦਰ ਗ੍ਰੈਨਾਲਡ ਡਿਸੀਜ਼। ਗ੍ਰੈਨਾਲਡ ਇੱਕ ਤਰ੍ਹਾਂ ਦੀ ਡਿਸੀਜ਼ ਹੈ ਜਿਸ ਦੇ ਨਾਲ ਜਿਹੜੀਆਂ ਬੋਨਸ ਨੇ ਉਹ ਆਪਣੀਆਂ ਕੀ ਹੈ ਮਤਲਬ ਉਹਨਾਂ ਦੀਆਂ ਕੀ ਹੈ ਇੱਕ ਗੱਠਾਂ ਬਣ ਜਾਂਦੀਆਂ ਨੇ, ਮਤਲਬ ਉਹ ਟਵਿਸਟ ਹੋ ਜਾਂਦੀਆਂ ਨੇ ਜਿਹੜੀਆਂ ਆਪਣੀਆਂ ਬੋਨਸ ਹੁੰਦੀਆਂ ਨੇ। ਇੱਥੇ ਸਟਨਡ ਦਾ ਮਤਲਬ ਹੈ ਨੋਟ ਪ੍ਰੋਪਰਲੀ ਡਿਵੈਲਪਡ। ਨੈਕਸਟ ਹੈਗਾ ਹਿਸ ਲੈਸਨ ਫਰੋਮ ਹਿਸ ਡੈਸਕ ਐਟ ਦ ਬੈਕ ਆਫ ਦ ਡਿਮ ਕਲਾਸ। ਤੇ ਲਾਸਟ ਦੇ ਵਿੱਚ ਬੈਠ ਕੇ ਉਹ ਕੀ ਹੈ ਆਪਣਾ ਜਿਹੜਾ ਲੈਸਨ ਹੈ ਉਸ ਨੂੰ ਰੀਡ ਕਰ ਰਿਹਾ ਹੈ। ਐਟ ਬੈਕ ਆਫ ਡਿਮ ਕਲਾਸ 1 ਅਨਨੋਟਡ ਸਵੀਟ ਐਂਡ ਯੰਗ। ਇਸ ਦਾ ਮਤਲਬ ਹੈ ਵੀ ਕਲਾਸ ਦੇ ਪਿਛਲੇ ਸਾਈਡ ਤੇ ਜਿੱਥੇ ਬਹੁਤ ਜ਼ਿਆਦਾ ਡਿਮ ਲਾਈਟ ਹੈ ਉੱਥੇ ਇੱਕ ਵਧੀਆ ਛੋਟਾ ਸਾ ਪਿਆਰਾ ਜਿਹਾ ਬੱਚਾ ਬੈਠਾ ਹੈ, ਜੇ ਕਿ ਡਿਮ ਲਾਈਟ ਹੋਣ ਦੇ ਜਿਹੜਾ ਉਹ ਬੱਚਾ ਹੈਗਾ ਚੰਗੀ ਤਰ੍ਹਾਂ ਆਪਾਂ ਨੂੰ ਦਿਖਾਈ ਵੀ ਨਹੀਂ ਦੇ ਰਿਹਾ। ਉਸ ਬੱਚੇ ਦੀ ਕੰਡੀਸ਼ਨ ਦੱਸੀ ਗਈ ਹੈ, ਉਸ ਬੱਚੇ ਦੀ ਆਈਜ਼ ਦੇ ਵਿੱਚ ਐਵੇਂ ਲੱਗ ਰਿਹਾ ਵੀ ਉਹ ਕੋਈ ਡ੍ਰੀਮ ਦੇਖ ਰਿਹਾ ਹੈ। ਨੈਕਸਟ ਹੈ ਆਫ ਸਕੁਆਇਰਲ ਗੇਮ ਇਨ ਟ੍ਰੀ ਰੂਮ ਅਦਰ ਦੈਨ ਦਿਸ। ਮਤਲਬ ਜਿਹੜਾ ਬੱਚਾ ਬੈਠਾ ਉਹ ਇਹੀ ਦੇਖ ਰਿਹਾ ਵੀ ਜਿਹੜੀ ਬਾਹਰ ਕੀ ਇੱਕ ਸਕੁਆਇਰਲ ਹੈ, ਸਕੁਆਇਰਲ ਮਤਲਬ ਇੱਕ ਗਿਲਹਰੀ ਹੈ, ਉਹ ਪੇੜ ਦੇ ਉੱਤੇ ਕਿਸ ਤਰ੍ਹਾਂ ਮਤਲਬ ਇੱਧਰ ਜਾ ਰਹੀ ਹੈ ਉੱਧਰ ਜਾ ਰਹੀ ਹੈ, ਮਤਲਬ ਉਸਨੇ ਪੇੜ ਨੂੰ ਹੀ ਆਪਣਾ ਕੀ ਹੈ ਆਪਣਾ ਇੱਕ ਘਰ ਬਣਾ ਰੱਖਿਆ ਤੇ ਉਹ ਉਸ ਨੂੰ ਹੀ ਆਪਣੀ ਜਿਹੜਾ ਥਿੰਕਿੰਗ ਦੇ ਵਿੱਚ ਲਿਆ ਰਿਹਾ ਵੀ ਜਿਸ ਤਰ੍ਹਾਂ ਦਾ ਉਸਦਾ ਘਰ ਹੈ ਮੇਰਾ ਵੀ ਇੱਕ ਦਿਨ ਵੀ ਇਹੋ ਜਿਹਾ ਹੀ ਘਰ ਹੋਊਗਾ, ਜੋ ਕਿ ਜਿਸ ਥਾਂ ਤੇ ਉਹ ਇਸ ਟਾਈਮ ਬੈਠਾ ਮਤਲਬ ਸਮ ਏਰੀਆ ਦੇ ਵਿੱਚ ਬੈਠਾ ਉਸ ਤੋਂ ਬਹੁਤ ਜ਼ਿਆਦਾ ਦੂਰ ਹੋਊਗਾ। ਸੈਕਿੰਡ ਪੈਰਾਗ੍ਰਾਫ ਤੇ ਆਨੇ ਆ।
ਸੋ ਸੈਕਿੰਡ ਪੈਰਾਗ੍ਰਾਫ ਦਾ ਮੀਨਿੰਗ ਹੈ ਔਨ ਸੋਰ ਕਰੀਮ ਵਾਲਸ ਡੋਨੇਸ਼ਨ, ਮਤਲਬ ਜਿਹੜੀਆਂ ਉਹ ਸਲਮ ਏਰੀਆ ਦੀ ਕਲਾਸਰੂਮ ਦੀਆਂ ਜਿਹੜੀਆਂ ਵਾਲਸ ਨੇ, ਮਤਲਬ ਉਸ ਦੀਆਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਸਮੈਲ ਆ ਰਹੀ ਹੈ ਜਿਵੇਂ ਕਿ ਕੋਈ ਖੱਟੀ ਕਰੀਮ ਹੁੰਦੀ ਹੈ। ਇਸ ਤਰ੍ਹਾਂ ਦੀ ਜਿਹੜੀਆਂ ਉਹਨਾਂ ਦੀਆਂ ਦੀਵਾਰਾਂ ਨੇ ਉਹਨਾਂ ਦੇ ਵਿੱਚੋਂ ਸਮੈਲ ਆ ਰਹੀ ਹੈ। ਤੇ ਉਸ ਜਿਹੜੀ ਸਲਮ ਕਲਾਸਰੂਮ ਹੈ ਉਸ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਡੋਨੇਸ਼ਨ ਹੈ ਉਹਨਾਂ ਦੇ ਉੱਥੇ ਵਾਲ ਤੇ ਕੀ ਹੈ ਨਾਮ ਲਿਖੇ ਹੋਏ ਆ। ਉੱਥੇ ਇੱਕ ਸ਼ੇਕਸਪੀਅਰ ਜੋ ਰਾਈਟਰ ਨੇ, ਫੇਮਸ ਰਾਈਟਰ ਨੇ, ਉਹਨਾਂ ਦਾ ਕੀ ਹੈ ਮਤਲਬ ਫੇਸ ਇੱਕ ਪਿਕਚਰ ਲੱਗੀ ਹੋਈ ਹੈ। ਤੇ ਨਾਲ ਹੀ ਨਾਲ ਦੱਸਿਆ ਗਿਆ ਕਲਾਉਡਲੈਸ ਐਟ ਡੌਨ ਸਿਵਲਾਈਜ਼ਡ ਡੋਮ ਰਾਈਡਿੰਗ ਆਲ ਸਿਟੀਜ਼, ਮਤਲਬ ਉੱਥੇ ਨਾਲ ਹੀ ਇੱਕ ਇਸ ਤਰ੍ਹਾਂ ਦਾ ਮਤਲਬ ਪੇਂਟਿੰਗ ਬਣੀ ਹੋਈ ਹੈ ਜਿਸ ਦੇ ਮਤਲਬ ਵਿੱਚ ਮਤਲਬ ਕੋਈ ਵੀ ਬਾਦਲ ਨਹੀਂ ਹੈਗਾ ਪੇਂਟਿੰਗ ਦੇ ਵਿੱਚ। ਇਸ ਤਰ੍ਹਾਂ ਦੀ ਕੋਈ ਸਵੇਰ ਹੈਗੀ ਹੈ ਤੇ ਉਸ ਸਵੇਰ ਦੇ ਵਿੱਚ ਆਪਾਂ ਨੂੰ ਕੀ ਹੈ ਇੱਕ ਚਰਚ ਦਾ ਸੀਨ ਦਿਖਾਇਆ ਵੀ ਉਸ ਚਰਚ ਦੇ ਉੱਪਰ ਕੀ ਹੈ ਵਧੀਆ ਆਸਮਾਨ ਹੈ, ਮਤਲਬ ਕੋਈ ਵੀ ਬਾਦਲ ਨਹੀਂ ਹੈਗਾ। ਤੇ ਜਿਹੜੀ ਇਹ ਚਰਚ ਹੈ ਇਹ ਚਰਚ ਕੀ ਦਿਖਾ ਰਹੀ ਹੈ ਜਿਹੜੀ ਪੂਰੀ ਸਿਟੀਜ਼ ਨੇ, ਸਿਵਲਾਈਜੇਸ਼ਨ ਇਨ ਆਲ ਸਿਟੀਜ਼ ਨੂੰ ਕੀ ਹੈ ਜਿਹੜੀ ਇਹ ਚਰਚ ਹੈ ਉਹ ਕੀ ਹੈ ਸਿੰਬਲਾਈਜ਼ ਕਰ ਰਹੀ ਹੈ। ਨੈਕਸਟ ਉੱਥੇ ਇੱਕ ਆਸਟ੍ਰੇਲੀਆ ਦੇ ਟਾਇਰੋਲ ਨਾਮ ਦੀ ਇੱਕ ਕੀ ਹੈ ਘਾਟੀ ਹੈ, ਉਸ ਦਾ ਮਤਲਬ ਪੇਂਟਿੰਗ ਬਣੀ ਹੋਈ ਹੈ ਜਿਸ ਦੀ ਪੇਂਟਿੰਗ ਦੇ ਵਿੱਚ ਕੀ ਨੇ ਘੰਟੀ ਹੁੰਦੀ ਹੈ ਨਾ, ਜਿਵੇਂ ਘੰਟੀ ਹੁੰਦੀ ਹੈ ਉਸ ਦੇ ਟਾਈਪ ਸ਼ੇਪ ਦੇ ਕੀ ਨੇ ਉੱਥੇ ਫਲਾਵਰਸ ਨੇ, ਮਤਲਬ ਬੈਲਟ ਫਲਾਵਰੀ ਟਰਾਈਲੋਜ਼ ਵੈਲੀ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ, ਉੱਥੋਂ ਦੀ ਜਿਹੜੀ ਬੈਲਟ ਫਲਾਵਰੀ ਹੈ ਮਤਲਬ ਬੈਲ ਦੀ ਸ਼ੇਪ ਦੇ ਜਿਹੜੇ ਫਲਾਵਰਸ ਨੇ ਉਹਨਾਂ ਦੀ ਇੱਕ ਪੇਂਟਿੰਗ ਬਣੀ ਹੋਈ ਹੈ। ਨੈਕਸਟ ਹੈ ਓਪਨ ਹੈਂਡਡ ਮੈਪ awarding the world its word and that for these children these windows not this map their world। ਇਸ ਦਾ ਮੀਨਿੰਗ ਹੈ ਵੀ ਨਾਲ ਵੀ ਉੱਥੇ ਇੱਕ ਬਹੁਤ ਵੱਡਾ ਕੀ ਹੈ ਇੱਕ ਮੈਪ ਲੱਗਿਆ ਹੋਇਆ ਹੈ ਵੀ ਨਕਸ਼ਾ ਲੱਗਿਆ ਹੋਇਆ ਪੂਰੇ ਵਰਲਡ ਦਾ। ਤੇ ਬਟ ਜਿਹੜਾ ਉਹ ਵਰਲਡ ਹੈ ਇਹ ਵਰਲਡ ਜਿਹੜੇ ਸਲਮ ਚਿਲਡਰਨਸ ਨੇ ਉਹਨਾਂ ਦੇ ਵਰਲਡ ਤੋਂ ਬਹੁਤ ਜ਼ਿਆਦਾ ਦੂਰ ਹੈ। ਚਿਲਡਰਨਸ ਨੇ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਦੇ ਲਈ ਮੈਪ ਕੀ ਹੈ, ਮੈਪ ਉਹਨਾਂ ਦੇ ਲਈ ਜਸਟ ਇੱਕ ਪੇਪਰ ਹੈ। ਉਹਨਾਂ ਦਾ ਮੈਪ ਅਸਲੀ ਮੈਪ ਉਹੀ ਹੈ ਜਿਹੜੀ ਕਿ ਉਹ ਸਲਮ ਦੇ ਵਿੱਚ ਰਹਿ ਰਹੇ ਨੇ, ਉੱਥੇ ਉਹਨਾਂ ਨੇ ਰਹਿਣਾ ਹੈ, ਬਾਹਰ ਉਹਨਾਂ ਨੇ ਕਿਤੇ ਜਾਣਾ ਨਹੀਂ। ਸੋ ਉਹਨਾਂ ਲਈ ਤਾਂ ਮੈਪ ਉਹ ਜਿਹੜੀ ਸਲਮ ਹੈ ਉਹਨਾਂ ਦੀ ਉਹਨਾਂ ਹੀ ਹੋਇਆ। ਸੋ ਉਹਨਾਂ ਦੇ ਲਈ ਇਹ ਮੈਪ ਇੱਕ ਜਸਟ ਅ ਪੇਪਰ ਹੈ। ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਮੈਪ ਹੈ ਉਹ ਉਹੀ ਮੈਪ ਹੈ ਜਿਹੜਾ ਉਹਨਾਂ ਨੂੰ ਕਲਾਸਰੂਮ ਦੀ ਖਿੜਕੀਆਂ ਤੋਂ ਬਾਹਰ ਦਿਖ ਰਿਹਾ ਕਿਸ ਤਰ੍ਹਾਂ ਗੰਦਾ ਉਹਨਾਂ ਦਾ ਸਲਮ ਹੈ। ਤਾਂ ਜਿਹੜਾ ਉਹਨਾਂ ਦਾ ਸਲਮ ਹੈ ਉਹੀ ਉਹਨਾਂ ਦਾ ਕੀ ਹੈ ਮੈਪ ਹੈ। ਨੈਕਸਟ ਹੈ ਵੇਅਰ ਆਲ देयर ਫਿਊਚਰ ਪੇਂਟਡ ਵਿਦ ਫੌਗਸ। ਇਸ ਦਾ ਮਤਲਬ ਹੈ ਵੀ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹ ਖਿੜਕੀ ਤੋਂ ਬਾਹਰ ਕੀ ਹੈ ਆਪਣਾ ਫਿਊਚਰ ਦੇਖ ਸਕਦੇ ਨੇ। ਤੇ ਫਿਊਚਰ ਦੇ ਵਿੱਚ ਉਹਨਾਂ ਨੂੰ ਕੀ ਦਿਖ ਰਿਹਾ ਵੀ ਜਿਹੜਾ ਉਹਨਾਂ ਦਾ ਫਿਊਚਰ ਹੈ ਉਹ ਬਿਲਕੁਲ ਵੀ ਕਲੀਅਰ ਨਹੀਂ ਹੈ, ਪੂਰੀ ਤਰ੍ਹਾਂ ਉਹ ਫੌਗੀ ਹੈ। ਫੌਗੀ ਮਤਲਬ ਧੁੰਦਲਾ, ਮਤਲਬ ਉਹਨਾਂ ਦੇ ਫਿਊਚਰ ਦੇ ਵਿੱਚ ਕੁਝ ਵੀ ਕਲੀਅਰ ਨਹੀਂ ਹੈ ਵੀ ਇਸ ਤਰ੍ਹਾਂ ਦਾ ਹੋਣਾ ਹੈ। ਉਹਨਾਂ ਦਾ ਫਿਊਚਰ ਕੁਝ ਵੀ ਹੋ ਸਕਦਾ ਹੈ ਵੀ ਉਹ ਕਲੀਅਰ ਹੀ ਨਹੀਂ ਹੈਗਾ। ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਦਾ ਫਿਊਚਰ ਹੋ ਵੀ ਕੀ ਸਕਦਾ ਹੈ, ਉਹਨਾਂ ਦਾ ਫਿਊਚਰ ਉਹੀ ਹੋ ਸਕਦਾ ਜਿਹੜੀ ਉਹਨਾਂ ਦੀ ਸਲਮ ਦੀ ਜਿਹੜੀਆਂ ਸਟਰੀਟਸ ਨੇ, ਜਿਹੜੀਆਂ ਸਲਮ ਏਰੀਆ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਫਿਊਚਰ ਹੈ। ਜਿਹੜੀਆਂ ਕਿ ਮਤਲਬ ਜਿਨ੍ਹਾਂ ਦੇ ਲੈਡ ਸਕਾਈ ਹੈ ਉੱਪਰ, ਉਹਨਾਂ ਦੇ ਲੈਡ ਸਕਾਈ ਇੱਥੇ ਸਿੰਬਲਾਈਜ਼ ਕਰ ਰਿਹਾ ਡਲ ਗ੍ਰੇ ਸਕਾਈ, ਉਦਾਸ ਜਿਹੜਾ ਆਪਾਂ ਕਹਿ ਸਕਦੇ ਹਾਂ। ਜਨਰਲੀ ਇੱਥੇ ਦੱਸਿਆ ਗਿਆ ਵੀ ਜਿਹੜਾ ਆਪਣਾ ਵਰਲਡ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਰਿਵਰਸ ਨੇ, ਕੇਪਸ ਨੇ, ਸਟਾਰਸ ਨੇ, ਮਤਲਬ ਬਹੁਤ ਸਾਰਾ ਕੁਝ ਹੈ ਦੇਖਣ ਨੂੰ। ਬਟ ਜਿਹੜਾ ਸਲਮ ਏਰੀਆ ਦੇ ਚਿਲਡਰਨਸ ਦਾ ਜਿਹੜਾ ਵਰਲਡ ਹੈ ਉਹ ਅਲੱਗ ਹੀ ਹੈ, ਕਿਉਂਕਿ ਸਲਮ ਏਰੀਆ ਦੇ ਚਿਲਡਰਨਸ ਉਹ ਚੀਜ਼ ਦੀ ਕੀ ਹੈ ਥਿੰਕਿੰਗ ਵੀ ਨਹੀਂ ਕਰ ਸਕਦੇ ਵੀ ਕਿਸ ਤਰ੍ਹਾਂ ਦਾ ਬਾਹਰ ਦਾ ਜਿਹੜੀ ਸਿਚੁਏਸ਼ਨ ਹੈਗੀ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਆਪਣੀ ਸਿਚੁਏਸ਼ਨ ਹੈ। ਇਸ ਦੀ ਇੱਕ ਵਰਡ ਯੂਜ਼ ਹੋਇਆ ਹੈ ਸਟਾਰਸ ਆਫ ਵਰਲਡ। ਇਸ ਦਾ ਮਤਲਬ ਹੈ ਵੀ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ ਮਤਲਬ ਉਹ ਵੱਡੇ ਵੱਡੇ ਵਾਅਦੇ ਕਰਦੇ ਆ ਵੀ ਸਲਮ ਏਰੀਏ ਦੇ ਜਿਹੜੇ ਚਿਲਡਰਨਸ ਨੇ ਉਹਨਾਂ ਲਈ ਇਹ ਹੋਊਗਾ ਵੀ ਅਲੱਗ-ਅਲੱਗ ਪਾਲਿਸੀਆਂ ਲੈ ਕੇ ਆਉਂਦੇ ਆ। ਬਟ ਉਹ ਜਿਹੜੀਆਂ ਪੋਲਿਸੀਜ਼ ਨੇ ਉਹ ਉੱਥੇ ਹੀ ਕੰਮ ਕਰ ਰਹੀਆਂ ਨੇ ਜਿੱਥੇ ਕਿ ਆਲਰੇਡੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੈ। ਮਤਲਬ ਸਲਮ ਏਰੀਏ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਵੱਡੇ ਵਰਡਸ ਨੇ, ਉਹਨਾਂ ਦੇ ਵੱਡੇ ਵੱਡੇ ਵਾਅਦੇ ਨੇ ਉੱਥੇ ਆ ਕੇ ਕੀ ਹੈ ਬਿਲਕੁਲ ਫੇਲ ਹੋ ਰਹੇ ਨੇ। ਤੇ ਜਿਹੜਾ ਉਹਨਾਂ ਦਾ ਸਲਮ ਏਰੀਏ ਦੇ ਚਿਲਡਰਨਸ ਦਾ ਉਹਨਾਂ ਦਾ ਜਿਹੜਾ ਵਰਲਡ ਹੈ ਉਹ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਤੋਂ ਬਹੁਤ ਦੂਰ ਹੈ। ਥਰਡ ਪੈਰਾਗ੍ਰਾਫ ਤੇ ਆਉਂਦੇ ਹਾਂ। ਸ਼ੋਰਲੀ ਸ਼ੇਕਸਪੀਅਰ ਇਜ਼ ਵਿਕਟ ਦ ਮੈਪ a bad example with ships and sun and love tempting them to steal। ਹੁਣ ਇੱਥੇ ਦੱਸਿਆ ਗਿਆ ਵੀ ਜਿਹੜੀ ਸ਼ੇਕਸਪੀਅਰ ਦੀ ਉੱਥੇ ਪਿਕਚਰ ਲੱਗੀ ਹੈ ਉਹ ਸ਼ੇਕਸਪੀਅਰ ਦੀ ਜਿਹੜੀ ਪਿਕਚਰ ਹੈ ਉਹ ਗਰੀਬ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਕੀ ਹੈ ਇੱਕ ਦੁਸ਼ਟ ਹੈ। ਉਹ ਕੀ ਹੈ ਜਿਹੜੀ ਸ਼ੇਕਸਪੀਅਰ ਦੀ ਜਿਹੜੀ ਪਿਕਚਰ ਹੈ ਉਹ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਨੂੰ ਕੀ ਹੈ ਉਹਨਾਂ ਦੀ ਜਿਹੜੀ ਗਰੀਬੀ ਹੈ ਉਸਦਾ ਕੀ ਹੈ ਮਜ਼ਾਕ ਉਡਾ ਰਹੀ ਹੈ।
ਐਂਡ ਆਲਸੋ ਮੈਪ ਇਜ਼ ਅ ਬੈਡ ਐਗਜ਼ਾਮਪਲ, ਕਿਉਂਕਿ ਮੈਪਸ ਦੇ ਵਿੱਚ ਕੀ ਨੇ, ਬਹੁਤ ਵੱਡੇ ਵੱਡੇ ਸੀਜ਼ ਨੇ, ਬਹੁਤ ਵੱਡੇ ਵੱਡੇ ਲੈਂਡਸ ਨੇ, ਸ਼ਿਪਸ ਨੇ, ਸਨ ਹੈ, ਸਭ ਕੁਝ ਉੱਥੇ ਦਿਖਾਈ ਦੇ ਰਿਹਾ। ਤੇ ਜਿਹੜੀਆਂ ਇਹ ਚੀਜ਼ਾਂ ਦਿਖਾਈ ਦੇ ਰਹੀਆਂ ਨੇ, ਵੱਡੀਆਂ ਵੱਡੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਨੇ, ਇਹ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਨੂੰ ਕੀ ਹੈ, ਅਟਰੈਕਟ ਕਰ ਰਹੀਆਂ ਨੇ, ਟੈਂਪਟ ਕਰ ਰਹੀਆਂ ਨੇ, ਮਤਲਬ ਆਪਣੀ ਤਰਫ ਖਿੱਚ ਰਹੀਆਂ ਨੇ। ਤੇ ਉਹ ਖਿੱਚ ਉਹਨਾਂ ਦੇ ਵੱਲ ਜਦੋਂ ਉਹ ਜਾ ਰਹੇ ਨੇ ਤਾਂ ਉਹਨਾਂ ਚੀਜ਼ਾਂ ਨੂੰ ਉਹ ਪਾਉਣ ਲਈ ਕੀ ਕਰ ਸਕਦੇ ਨੇ, ਸਲਮ ਏਰੀਆ ਦੇ ਚਿਲਡਰਨਸ ਕੀ ਨੇ, ਸਟੀਲ ਕਰ ਸਕਦੇ ਆ, ਚੋਰੀ ਕਰ ਸਕਦੇ ਆ, ਕਿਉਂਕਿ ਵੈਸੇ ਤਾਂ ਉਹਨਾਂ ਕੋਲੇ ਕੋਈ ਫੈਸਿਲਿਟੀਜ਼ ਨਹੀਂ ਹੈਗੀਆਂ ਵੀ ਉਹ ਇਹਨਾਂ ਸਭ ਚੀਜ਼ਾਂ ਨੂੰ ਕੀ ਹੈ ਗੇਨ ਕਰ ਸਕਦੇ ਆ। ਉਹ ਇੱਕੋ ਹੀ ਉਹਨਾਂ ਕੋਲੇ ਚੀਜ਼ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਕੀ ਹੈ ਕਿਸੇ ਨਾ ਕਿਸੇ ਤਰ੍ਹਾਂ ਕਿਵੇਂ ਵੀ ਉਹ ਸਟੀਲ ਕਰ ਸਕਦੇ ਆ ਕੋਈ ਵੀ ਚੀਜ਼ ਨੂੰ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਹੈ ਉਹ ਪਾ ਸਕਦੇ ਆ। ਇਸੇ ਲਈ ਜਿਹੜਾ ਮੈਪ ਆ ਉਹ ਬੈਡ ਐਗਜ਼ਾਮਪਲ ਹੈ, ਕਿਉਂਕਿ ਉਹ ਸਾਰੀਆਂ ਚੀਜ਼ਾਂ ਨੂੰ ਦਿਖਾ ਕੇ ਜਿਹੜੇ ਸਲਮ ਏਰੀਆ ਦੇ ਬੱਚੇ ਨੇ ਉਹਨਾਂ ਨੂੰ ਕੀ ਹੈ ਟੈਂਪਟ ਕਰ ਰਹੇ ਆ। For lives that slowly turn into their cramped hole, ਮਤਲਬ ਇਸ ਲਾਈਨ ਦੇ ਵਿੱਚ ਦੱਸਿਆ ਗਿਆ ਵੀ ਇੱਕ ਚੂਹੇ ਦੀ ਤਰ੍ਹਾਂ, ਇੱਕ ਰੈਟ ਦੀ ਤਰ੍ਹਾਂ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਹੀ ਨਹੀਂ, ਜਿਹੜੇ ਸਲਮ ਏਰੀਆ ਹੈ ਪੂਰਾ, ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਕਿਸ ਤਰ੍ਹਾਂ ਦੇ ਹੈਗੇ ਨੇ, ਮਤਲਬ ਉਹ ਛੋਟੇ ਛੋਟੇ ਮਤਲਬ ਹੋਲਸ ਦੇ ਵਿੱਚ, ਛੋਟੇ ਛੋਟੇ ਘਰਾਂ ਦੇ ਵਿੱਚ ਕੀ ਹੈ ਛਿਪ ਛਿਪ ਕੇ ਆਪਣੀ ਜਿਹੜੀ ਪੂਰੀ ਜ਼ਿੰਦਗੀ ਆ ਉਹ ਗੁਜ਼ਾਰ ਰਹੇ ਨੇ। ਨੈਕਸਟ ਹੈ ਫਰੋਮ ਫੋਗ ਟੂ ਐਂਡਲੈਸ ਨਾਈਟ। ਇਸ ਦਾ ਮਤਲਬ ਹੈ ਵੀ ਜਿਹੜਾ ਉਹਨਾਂ ਦਾ ਪੂਰਾ ਜਿਹੜਾ ਫਿਊਚਰ ਕੀ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਪੂਰੀ ਤਰ੍ਹਾਂ ਕਰੈਂਪਡ ਹੋਲ, ਮਤਲਬ ਨੈਰੋ ਜਿਹੜੇ ਹੋਲਸ ਨੇ, ਛੋਟੇ ਛੋਟੇ ਘਰ ਨੇ, ਉਹਨਾਂ ਦੇ ਵਿੱਚ ਕੀ ਹੈ ਪੂਰਾ ਉਹਨਾਂ ਦੇ ਜਿਹੜੇ ਲਾਈਫ ਹੈਗੀ ਹੈ ਉਹ ਪੂਰੀ ਤਰ੍ਹਾਂ ਫੋਗ ਹੋ ਚੁੱਕੀ ਹੈ, ਪੂਰੀ ਤਰ੍ਹਾਂ ਧੁੰਦਲੀ ਹੋ ਚੁੱਕੀ ਹੈ, ਤੇ ਉੱਥੇ ਹੀ ਉਹਨਾਂ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਪੂਰੀ ਸਪੈਂਡ ਕਰਨੀ ਹੈ। ਤੇ ਇਹ ਜਿਹੜਾ ਉਹਨਾਂ ਦੇ ਉੱਪਰ ਕੀ ਹੈ ਫੋਗ ਆ ਰਿਹਾ, ਇਹ ਕਦੇ ਵੀ ਉੱਥੋਂ ਖਤਮ ਨਹੀਂ ਹੋਣ ਵਾਲਾ। Next है on their slack heap the children's were skin peeped through by bone spectacles of steels with mended glass like bottles pits on stones. All of their times and space are foggy slum, so blot their maps with slum as big as doom. ਇਸ ਦਾ ਮੀਨਿੰਗ ਹੈ ਵੀ ਜਿਹੜੇ ਉੱਥੇ ਦੇ ਬੱਚੇ ਨੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਸਪੈਕਸ ਪਹਿਨੀਆਂ ਹੋਏ, ਕਿਸ ਤਰ੍ਹਾਂ ਦੇ ਚਸ਼ਮੇ ਪਹਿਨੇ ਹੋਏ ਹੈ, ਉਹਨਾਂ ਨੇ ਮਤਲਬ ਸਟੀਲ ਦੇ ਬਣੇ ਹੋਏ ਜਿਹੜੇ ਕੀ ਹੈ ਚਸ਼ਮੇ ਉਹਨਾਂ ਨੇ ਕੀ ਹੈ ਪਹਿਨੇ ਹੋਏ ਹੈ। ਜਿਹੜੇ ਸਟੀਲ ਦੇ ਚਸ਼ਮੇ ਹੁਣ ਆਪਾਂ ਮਤਲਬ ਕੀ ਹੈ ਥਿੰਕਿੰਗ ਕਰ ਸਕਦੇ ਹਾਂ ਵੀ ਕਿੰਨੇ ਉਹ ਜ਼ਿਆਦਾ ਹੈਵੀ ਹੋਣਗੇ, ਤੇ ਉਹਨਾਂ ਦੇ ਵਿੱਚ ਕੀ ਹੈ ਸਟੀਲ ਹੈ ਜਿਹੜੇ ਉਹ ਟੁੱਟ ਚੁੱਕੇ ਨੇ, ਫਿਰ ਵੀ ਸਟੀਲ ਦੁਬਾਰਾ ਲਗਾਏ ਚੁੱਕੇ ਨੇ, ਤੇ ਸਟੀਲ ਹੈ ਜਿਹੜਾ ਉਹਨਾਂ ਦੇ ਵਿੱਚ ਲੱਗਿਆ ਹੋਇਆ ਉਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਕੋਈ ਪੱਥਰ ਦੇ ਉੱਤੇ ਛੋਟੇ ਛੋਟੇ ਟੁਕੜੇ ਪਏ ਹੁੰਦੇ ਆ ਪਲਾਸਟਿਕਸ ਦੇ, ਉਸ ਤਰ੍ਹਾਂ ਲੱਗ ਰਿਹਾ ਉਹ ਜਿਹੜਾ ਗਲਾਸ ਹੈ ਉਹਨਾਂ ਦੀ ਜਿਹੜੀਆਂ ਸਪੈਕਸ ਨੇ ਉਹਨਾਂ ਦੇ ਵਿੱਚ। All of their time and space are foggy slum, ਮਤਲਬ ਉਹਨਾਂ ਦਾ ਜਿਹੜਾ ਪੂਰਾ ਟਾਈਮ ਹੈ ਉਹ ਕੀ ਹੈ ਇਸ foggy slum ਦੇ ਵਿੱਚ ਹੀ ਉਹਨਾਂ ਦਾ ਪੂਰਾ ਖਤਮ ਹੋ ਰਿਹਾ ਹੈ। ਐਂਡ ਨੈਕਸਟ ਹੈ ਵੀ so blot their maps with slum as big as doom, ਮਤਲਬ ਵੀ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਮੈਪ ਹੈ ਉਹ ਦਿਖਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਨੇ ਉੱਥੇ ਹੀ ਰਹਿਣਾ, ਉੱਥੇ ਹੀ ਉਹਨਾਂ ਦੀ ਡੈਥ ਹੋ ਜਾਣੀ ਹੈ, ਤੇ ਜਿਹੜਾ ਨਾ ਉਹਨਾਂ ਦਾ ਵਰਲਡ ਹੈ ਉਹ ਉਸ ਤਰ੍ਹਾਂ ਹੀ foggy ਰਹਿਣਾ ਹੈ। ਲਾਸਟ ਪੈਰਾਗ੍ਰਾਫ ਤੇ ਆਨੇ ਆ, ਇਸ ਦੇ ਵਿੱਚ ਦੱਸਿਆ ਗਿਆ unless governors inspector visitor their maps become their windows and these windows that shut upon their life like catacombs, ਮਤਲਬ ਜਿਹੜੇ ਇਹ ਮੈਪਸ ਲੱਗੇ ਹੋਏ ਆ, ਪਿਕਚਰਸ ਲੱਗੀਆਂ ਹੋਈਆਂ, ਇਹ ਕਿਸ ਤਰ੍ਹਾਂ ਲੱਗੀਆਂ ਹੋਈਆਂ, ਇਹ ਇਨਸਪੈਕਸ਼ਨ ਲਈ ਲੱਗੀਆਂ ਹੋਈਆਂ, ਕਿਉਂਕਿ ਤਾਂ ਕਿ ਕੋਈ ਬਾਹਰੋਂ ਆਵੇ ਤਾਂ ਉਸ ਦੇ ਵਿੱਚ ਇੱਕ ਅੱਛਾ ਇੰਪੈਕਟ ਪਵੇ ਵੀ ਇੱਥੇ ਵਧੀਆ ਪੜ੍ਹਾਈ ਹੋ ਰਹੀ ਹੈ। ਬਟ ਜਿਹੜੇ ਮੈਪਸ ਨੇ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਲਈ ਬਿਲਕੁਲ ਇਹ ਵਿਅਰਥ ਨੇ, ਉਹਨਾਂ ਦਾ ਕੋਈ ਕੰਮ ਨਹੀਂ ਹੈ। ਇਹ ਜਿਹੜੇ ਮੈਪ ਨੇ ਤਾਂ ਹੀ ਉੱਥੇ ਕੰਮ ਕਰ ਸਕਦੇ ਨੇ, ਮੈਪ ਉਹਨਾਂ ਦੇ ਲਈ ਤਾਂ ਹੀ ਹੈਲਪਫੁਲ ਹੋ ਸਕਦੇ ਨੇ ਜੇਕਰ ਆਪਾਂ ਸਲਮ ਏਰੀਆ ਦੇ ਜਿਹੜੇ ਚਿਲਡਰਨਸ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਾਵਰਟੀ ਭਰੀ ਜਿਹੜੀ ਕੰਡੀਸ਼ਨ ਹੈ ਉਸ ਤੋਂ ਆਪਾਂ ਬਾਹਰ ਲੈ ਕੇ ਆ ਸਕਦੇ ਹਾਂ। ਤਾਂ ਹੁਣ ਇੱਥੇ ਹੈਗਾ ਥਰਡ ਲਾਈਨ ਦੇ ਵਿੱਚ that shut upon their lives like catacombs, ਮਤਲਬ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਦਾ ਜਿਹੜਾ ਇਸ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਰਹਿਣਾ, ਫੋਗੀ ਇਨਵਾਇਰਮੈਂਟ ਦੇ ਵਿੱਚ ਰਹਿਣਾ, ਉਹ ਇਸ ਤਰ੍ਹਾਂ ਦਾ ਲੱਗ ਰਿਹਾ ਜਿਵੇਂ ਕਿ ਕੈਟਾਕੋਮਸ ਦੇ ਵਿੱਚ ਹੋ ਰਹੇ ਨੇ। ਕੈਟਾਕੋਮਸ ਮਤਲਬ ਕੀ ਹੁੰਦਾ ਵੀ ਮਤਲਬ ਇਸ ਤਰ੍ਹਾਂ ਦਾ ਕੋਈ ਪਲੇਸ ਹੁੰਦਾ ਜਿੱਥੇ ਬਹੁਤ ਜ਼ਿਆਦਾ ਕੀ ਹੈ ਕਬਰਾਂ ਹੁੰਦੀਆਂ ਨੇ, ਕਬਰਾਂ ਸਮਝ ਰਹੇ ਹੋ, ਤਾਂ ਉਸਨੂੰ ਕੀ ਕਹਿੰਦੇ ਨੇ ਕੈਟਾਕੋਮਸ ਕਹਿੰਦੇ ਨੇ। Next है break open till they break the town and show the children to green fields and make their worlds run azure on gold sands। ਇਸ ਦਾ ਮਤਲਬ ਹੈ ਜਿਹੜਾ ਰਾਈਟਰ ਹੈ ਉਹ ਕਹਿ ਰਿਹਾ ਹੈ ਗਵਰਨਰ ਨੂੰ ਕੀ ਹੈ ਉਹ ਅਪੀਲ ਕਰ ਰਹੇ ਕਿ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ ਉਹਨਾਂ ਦੇ ਲਈ ਕੀ ਹੈ ਵੱਧ ਤੋਂ ਵੱਧ ਰਸਤੇ ਖੋਲ ਦਿੱਤੇ ਜਾਣ ਤਾਂ ਕਿ ਉਹ ਜਿਹੜੇ ਸਲਮ ਹੈ ਇਸ ਤੋਂ ਬਾਹਰ ਨਿਕਲ ਕੇ ਉਹ ਗ੍ਰੀਨ ਫੀਲਡਸ ਦੇ ਵਿੱਚ ਜਾ ਸਕਣ। ਗ੍ਰੀਨ ਫੀਲਡਸ ਦੇ ਵਿੱਚ ਜਾ ਕੇ ਉਹ ਜਿਹੜਾ ਖੁੱਲੇ ਨੀਲੇ ਆਸਮਾਨ ਦੇ ਨੀਚੇ ਕੀ ਹੈ ਉਹ ਗੋਲਡਨ ਰੇਤ ਦੇ ਉੱਪਰ ਕੀ ਹੈ ਖੇਡ ਸਕਣ। ਐਂਡ let their tongues run naked into books, the white and green leaves open, history there whose language is the sun। ਮਤਲਬ ਇਸ ਲਾਈਨਸ ਦੇ ਵਿੱਚ ਦੱਸਿਆ ਗਿਆ ਹੈ ਵੀ
ਜਦੋਂ ਜਿਹੜੇ ਚਿਲਡਰਨਸ ਨੇ ਉਹ ਬਾਹਰ ਜਾਣਗੇ, ਮਤਲਬ ਉਹ ਖੇਲਣਗੇ, ਤਾਂ ਉਹ ਕੀ ਹੈ, ਵਧਣ ਫੁੱਲਣਗੇ ਤਾਂ ਕੀ ਹੈ, ਉਹ ਐਜੂਕੇਸ਼ਨ ਦੇ ਵਿੱਚ ਕੀ ਹੈ, ਆਪਣਾ ਪੂਰੀ ਚੰਗੀ ਤਰ੍ਹਾਂ ਆਪਣਾ 100% ਦੇ ਸਕਦੇ ਆ, ਪੂਰੀ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦੇ ਆ, ਤੇ ਇਸ ਦੇ ਨਾਲ ਕੀ ਹੈ, ਜਿਹੜੀ ਉਹ ਆਪਣੇ ਆਪ ਨੂੰ ਕੀ ਹੈ, ਇੱਕ ਲੈਵਲ ਅਪ ਕਰ ਸਕਦੇ ਆ। ਇੱਥੇ ਦੱਸਿਆ ਗਿਆ ਵੀ ਜਿਹੜੇ ਸਲਮ ਏਰੀਆ ਦੇ ਚਿਲਡਰਨਸ ਨੇ, ਜੇਕਰ ਉਹ ਆਪਣੀ ਸਲਮ ਤੋਂ ਬਾਹਰ ਜਾਣਗੇ ਤਾਂ ਜਿਹੜੇ ਇਸ ਤਰ੍ਹਾਂ ਇਸ ਟਾਈਮ ਉਹਨਾਂ ਦੇ ਜਿਹੜੇ ਪੇਜ ਨੇ, ਕਾਪੀਜ਼ ਦੇ ਪੇਜ ਨੇ ਕੀ ਨੇ, ਬਿਲਕੁਲ ਵਾਈਟ ਨੇ, ਪਰ ਜਦੋਂ ਉਹ ਬਾਹਰ ਜਾਣਗੇ, ਬਾਹਰ ਦਾ ਇਨਵਾਇਰਨਮੈਂਟ ਦੇਖਣਗੇ, ਵਧਣ ਫੁੱਲਣਗੇ, ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਇਸ ਤਰ੍ਹਾਂ ਹੋ ਜੂਗੀ ਜਿਵੇਂ ਕਿ ਜਿਹੜੇ ਟਰੀਜ਼ ਦੇ ਜਿਹੜੇ ਕੀ ਨੇ ਕਲਰ ਗ੍ਰੀਨ ਜਿਹੜੇ ਨੇ ਫਲਾਵਰਸ ਹੁੰਦੇ ਨੇ, ਉਸ ਤਰ੍ਹਾਂ ਦੀ ਹੋ ਜੂਗੀ, ਮਤਲਬ ਹਰੀ ਭਰੀ ਹੋ ਜੂਗੀ, ਮਤਲਬ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਉਹ ਕੀ ਹੈ, ਡਿਵੈਲਪ ਹੋ ਜੂਗੀ। ਸੋ ਵਿਦ ਦਿਸ ਆਪਣੀ ਇਹ ਪੋਇਮ ਕੰਪਲੀਟ ਹੁੰਦੀ ਹੈ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪੋਇਮ ਸਮਝ ਆ ਚੁੱਕੀ ਹੋਗੀ। ਸੋ ਜੇਕਰ ਤੁਹਾਨੂੰ ਪੋਇਮ ਸਮਝ ਆ ਚੁੱਕੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਥੈਂਕ ਯੂ।